ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ। ਲਿਬਰਲ ਐਮਪੀ ਫਰਗਸ ਨੂੰ ਚੁਣਿਆ ਗਿਆ ਹਾਊਸ ਆਫ ਕਾਮਨਸ ਦਾ ਸਪੀਕਰ। ਗ੍ਰੈਗ ਕੈਨੇਡਾ ਦੀ ਪਾਰਲੀਮੈਂਟ 'ਚ ਇਹ ਅਹੁਦਾ ਸੰਭਾਲਣ ਵਾਲੇ ਬਣੇ ਪਹਿਲੇ ਬਲੈਕ ਸ਼ਖਸ। ਸਪੀਕਰ ਦੇ ਅਹੁਦੇ ਲਈ 7 ਉਮੀਦਵਾਰ ਸਨ ਕਤਾਰ 'ਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਿਕ ਤਣਾਅ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਨਹੀਂ। ਓਟਾਵਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਵਿਵਾਦ ਦੇ ਹੱਲ ਲਈ ਭਾਰਤ ਨਾਲ ਨਿੱਜੀ ਗੱਲਬਾਤ ਦੀ ਪ੍ਰਗਟਾਈ ਇੱਛਾ। ਵਾਈਟ ਹਾਊਸ ਨੇ ਕਿਹਾ ਨਿੱਜਰ ਦੀ ਹੱਤਿਆ 'ਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ ਗੰਭੀਰ, ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ। ਅਮਰੀਕਾ ਇਸ ਮਾਮਲੇ ਨੂੰ ਦੋਵਾਂ ਦੇਸ਼ਾਂ ਤੇ ਛੱਡਦਾ ਹੈ ਕਿ ਉਹ ਇਸ ਬਾਰੇ ਗੱਲ ਕਰਨ। ਮੈਨੀਟੋਬਾ 'ਚ ਵਿਧਾਨ ਸਭਾ ਚੋਣਾਂ 'ਚ ਐਨਡੀਪੀ ਦੀ ਸ਼ਾਨਦਾਰ ਜਿੱਤ। ਮੈਨੀਟੋਬਾ ਦੇ ਇਤਿਹਾਸ 'ਚ ਪਹਿਲੇ ਰਾਸ਼ਟਰ ਪ੍ਰੀਮੀਅਰ ਵਜੋਂ ਵੈਬ ਕੇਨਿਊ ਦੀ ਕੀਤੀ ਗਈ ਚੋਣ। ਆਪਣੀ ਜਿੱਤ ਦਾ ਭਾਸ਼ਣ ਦੇਣ ਲਈ ਮੰਚ ਤੇ ਆਉਂਦੇ ਹੀ ਕੇਨਿਊ ਨੇ ਕਿਹਾ ਇਹ ਸਾਡੇ ਲਈ ਬਹੁਤ ਵੱਡੀ ਜਿੱਤ ਹੈ। ਮੱਧ ਸੈਸ਼ਨ ਹੋਈ ਇਤਿਹਾਸਕ VOTING 'ਚ ਲਿਬਰਲ ਐਮਪੀ ਗ੍ਰੈਗ ਫਰਗਸ ਨੂੰ ਹਾਊਸ ਆਫ ਕਾਮਨਸ ਦਾ ਸਪੀਕਰ ਚੁਣ ਲਿਆ ਗਿਆ। ਕੈਨੇਡਾ ਦੀ ਪਾਰਲੀਮੈਂਟ 'ਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਸ਼ਖਸ ਬਣ ਗਏ ਨੇ। 2015 'ਚ 54 ਸਾਲਾ ਫਰਗਸ ਪਹਿਲੀ ਵਾਰ ਕਿਊਬਿਕ ਦੇ ਹਲਕੇ ਹਲ ਏਲਮਰ ਦੀ ਨੁਮਾਇੰਦਗੀ ਲਈ ਚੁਣੇ ਗਏ। ਸਪੀਕਰ ਦੀ ਚੋਣ ਕਰਨ ਲਈ ਪਾਰਲੀਮੈਂਟ 'ਚ ਕਰਵਾਈ ਗਈ VOTING 'ਚ ਫਰਗਸ ਜੇਤੂ ਰਹੇ ਤੇ ਸਾਰਿਆਂ ਨੇ ਉਹਨਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ। ਲਿਬਰਲ ਐਨਡੀਪੀ ਤੇ ਬਲਾਕ ਕਿਊਬਿਕਾ ਦੇ ਕਾਕਸ ਮੈਂਬਰਾਂ ਵੱਲੋਂ ਫਰਗਸ ਨਾਲ ਹੱਥ ਮਿਲਾ ਕੇ ਤੇ ਜੱਫੀਆਂ ਪਾ ਕੇ ਵਧਾਈ ਦਿੱਤੀ ਗਈ। ਕੁਝ ਕੁ ਕੰਜ਼ਰਵੇਟਿਵ ਐਮਪੀਜ਼ ਨੇ ਵੀ ਫਰਗਸ ਨੂੰ ਵਧਾਈ ਦਿੱਤੀ। ਚੇਅਰ ਤੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਫਰਗਸ ਨੇ ਆਖਿਆ ਕਿ ਸਪੀਕਰ ਦਾ ਕੰਮ ਰੈਫਰੀ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ। ਹਾਕੀ ਵਿੱਚੋਂ ਇਹ ਮਿਸਾਲ ਦਿੰਦਿਆਂ ਉਹਨਾਂ ਆਖਿਆ ਕਿ ਕੋਈ ਵੀ ਰੈਫਰੀ ਨੂੰ ਵੇਖਣ ਜਾਣ ਲਈ ਪੈਸੇ ਨਹੀਂ ਖਰਚਦਾ। ਸਾਰੇ ਸਿਤਾਰਿਆਂ ਜੋ ਕਿ ਤੁਸੀਂ ਹੋ ਨੂੰ ਵੇਖਣ ਲਈ ਪੈਸੇ ਖਰਚਦੇ ਨੇ। ਫਰਗਸ ਨੇ ਇਹ ਵੀ ਆਖਿਆ ਕਿ ਉਹ ਇਸ ਗੱਲ ਦਾ ਖਿਆਲ ਰੱਖਣਗੇ ਕਿ ਪਾਰਲੀਮੈਂਟ 'ਚ ਭਖਮੀ ਬਹਿਸ ਦੌਰਾਨ ਕੋਈ ਵੀ ਡੈਕੋਰਮ ਮੇਨਟੇਨ ਰੱਖਿਆ ਜਾਵੇਗਾ। ਉਹਨਾਂ ਆਖਿਆ ਕਿ ਇਸ ਲਈ ਸਾਰਿਆਂ ਦੀ ਮਦਦ ਦੀ ਲੋੜ ਹੋਵੇਗੀ। ਉਹਨਾਂ ਅੱਗੇ ਆਖਿਆ ਕਿ ਉਹ ਡੈਕੋਰਮ ਮੇਨਟੇਨ ਕਰਨ ਵਿੱਚ ਕਿਸ ਤਰ੍ਹਾਂ ਹੋਰ ਸੁਧਾਰ ਲਿਆਂਦਾ ਜਾ ਸਕੇ ਇਸ ਬਾਰੇ ਮੰਗਲਵਾਰ ਨੂੰ ਡਿਪਟੀ ਸਪੀਕਰਸ ਨਾਲ ਗੱਲ ਕਰਨਗੇ। ਰਵਾਇਤ ਮੁਤਾਬਕ ਨਵੇਂ ਸਪੀਕਰ ਨੂੰ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਵੱਲੋਂ ਖਿੱਚ ਕੇ ਚੇਅਰ ਤੱਕ ਲਿਆਂਦਾ ਜਾਂਦਾ ਹੈ ਤੇ ਅਜਿਹਾ ਹੀ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਏਵਰ ਨੇ ਫਰਗਸ ਨੂੰ ਵਧਾਈ ਦੇਣ ਲਈ ਵੀ ਭਾਸ਼ਣ ਦਿੱਤੇ। ਹਾਊਸ ਆਫ ਕਾਮਨਸ 'ਚ ਸਪੀਕਰ ਦੇ ਅਹੁਦੇ ਲਈ 7 ਉਮੀਦਵਾਰ ਕਤਾਰ ਵਿੱਚ ਸਨ। PEI ਤੋਂ ਲਿਬਰਲ ਐਮਪੀ ਸ਼ੌਨ ਕੇਸੀ, ਨੋਵਾ ਸਕੋਸੀਆ ਤੋਂ ਕੰਜ਼ਰਵੇਟਿਵ ਐਮਪੀ ਕ੍ਰਿਸ ਡਾ ਐਂਟਰਮੌਂਟ, ਕਿਊਬਿਕ ਤੋਂ ਲਿਬਰਲ ਐਮਪੀ ਗ੍ਰੈਗ ਫਰਗਸ, ਓਨਟਾਰੀਓ ਐਨਡੀਪੀ ਐਮਪੀ ਕੈਰਲ ਹਿਊਜ਼, BC ਤੋਂ ਗ੍ਰੀਨ ਐਮਪੀ ਐਲਿਜ਼ਾਬੇਥ ਮੇ, ਕਿਊਬਿਕ ਤੋਂ ਲਿਬਰਲ ਐਮਪੀ ਅਲੈਗਜ਼ੈਂਡਰ ਮੈਂਡੀਸ, ਕਿਊਬਿਕ ਤੋਂ ਹੀ ਲਿਬਰਲ ਐਮਪੀ ਪੀਟਰ ਸ਼ਿਫਕੇ। ਬਲਾਕ ਕਿਊਬਿਕਵਾ ਦੇ ਐਮਪੀ ਲੁਇਸ ਪਲੈਨਮੰਡਨ ਅੰਤਿਮ ਸਪੀਕਰ ਦੀ ਭੂਮਿਕਾ ਨਿਭਾ ਰਹੇ ਸਨ। ਐਂਥਨੀ ਰੋਟਾ ਵੱਲੋਂ ਪਿਛਲੇ ਹਫ਼ਤੇ ਅਸਤੀਫਾ ਦੇਣ ਮਗਰੋਂ ਸਪੀਕਰ ਦੀ ਸੀਟ ਖਾਲੀ ਹੋ ਗਈ ਸੀ। ਕੈਨੇਡੀਅਨ ਸੰਵਿਧਾਨ ਦੇ ਅਨੁਸਾਰ ਫੈਡਰਲ ਚੋਣਾਂ ਤੋਂ ਬਾਅਦ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾ ਕੰਮ ਸਪੀਕਰ ਦੀ ਚੋਣ ਹੁੰਦਾ ਹੈ। ਇਸ ਕਰਕੇ ਤਕਨੀਕੀ ਤੌਰ ਤੇ ਸਪੀਕਰ ਦੇ ਬਗੈਰ ਹਾਊਸ ਦੀ ਕਾਰਵਾਈ ਨਹੀਂ ਬਿਠਾਈ ਜਾ ਸਕਦੀ। ਕੈਨੇਡਾ ਤੇ ਭਾਰਤ ਦੋਵੇਂ ਦੇਸ਼ਾਂ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਨੇ। ਬੀਤੇ ਕੱਲ ਭਾਰਤ ਨੇ ਸਖਤ ਰੁਖ ਅਪਣਾਉਂਦਿਆਂ ਕੈਨੇਡਾ ਨੂੰ ਆਪਣੇ 41 ਕੂਟਨੀਤਿਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ, ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਿਕ ਤਣਾਅ ਨੂੰ ਵਧਾਉਣ ਦੀ ਕੋਸ਼ਿਸ਼ 'ਚ ਨਹੀਂ ਹੈ, ਸਗੋਂ ਉਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਕੂਟਨੀਤਿਕ ਵਿਵਾਦ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਤੇ ਇਸ ਨੂੰ ਸੁਲਝਾਉਣ ਲਈ ਭਾਰਤ ਦੇ ਨਾਲ ਜ਼ਿੰਮੇਵਾਰਾਨਾ ਤੇ ਉਸਾਰੂ ਤੌਰ ਤੇ ਗੱਲਬਾਤ ਦੀ ਕੋਸ਼ਿਸ਼ ਜਾਰੀ ਰੱਖੇਗੀ। ਟਰੂਡੋ ਨੇ ਕਿਹਾ ਕਿ ਭਾਰਤ ਦੇ ਨਾਲ ਕੈਨੇਡਾ ਦੇ ਕੂਟਨੀਤਿਕ ਸਬੰਧ ਬਹੁਤ ਹੀ ਚੁਣੌਤੀਪੂਰਨ ਸਮੇਂ 'ਚੋਂ ਲੰਘ ਰਹੇ ਨੇ। ਓਟਾਵਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਵਿਵਾਦ ਦੇ ਹੱਲ ਲਈ ਭਾਰਤ ਨਾਲ ਨਿੱਜੀ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ। ਜੋਲੀ ਨੇ ਕਿਹਾ ਕਿ ਕੈਨੇਡਾ ਨਿੱਜਰ ਦੀ ਹੱਤਿਆ ਨੂੰ ਲੈ ਕੇ ਕੂਟਨੀਤਿਕ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਸੰਪਰਕ 'ਚ ਹਾਂ। ਅਸੀਂ ਕੈਨੇਡੀਅਨ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਉਹਨਾਂ ਨਾਲ ਨਿੱਜੀ ਤੌਰ ਤੇ ਸੰਪਰਕ ਬਣਾਈ ਰੱਖਣਾ ਜਾਰੀ ਰੱਖਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਕੂਟਨੀਤਿਕ ਗੱਲਬਾਤ ਉਦੋਂ ਤੱਕ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਉਹ ਨਿੱਜੀ ਹੋਵੇ। ਦੱਸ ਦਈਏ ਕਿ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਭਾਰਤ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਇਹ ਡਿਪਲੋਮੈਟ 10 ਅਕਤੂਬਰ ਤੋਂ ਬਾਅਦ ਵੀ ਭਾਰਤ 'ਚ ਰਹਿੰਦੇ ਨੇ ਤਾਂ ਉਹਨਾਂ ਦੀ ਡਿਪਲੋਮੈਟਿਕ ਛੋਟ
ਰੱਦ ਕਰ ਦਿੱਤੀ ਜਾਵੇਗੀ। We're going through an extremely challenging time with India right now, but that's why it's so important for us to have diplomats on the ground working with the Indian government there to support Canadians and Canadian families. We're taking this extremely seriously, but we're going to continue to engage responsibly and constructively with the government of India. We're not looking to escalate, as I've said. We are going to be doing the work that matters in continuing to have constructive relations with India through this extremely difficult time. We are in constant cooperation and dialogue with India. We ask them full cooperation on the investigation on Mr. Najjar, and at the same time, we've been in close contact continuing to engage on the question of our diplomatic. In moments of tensions, because indeed there are tensions between both our government, more than ever it's important that diplomats be on the ground. And that's why we believe in the importance of having a strong diplomatic footprint in India. That being said, we are in ongoing conversations with the Indian government and we will continue to protect. ਉਧਰ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਵਾਈਟ ਹਾਊਸ ਨੇ ਕਿਹਾ ਹੈ ਕਿ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ 'ਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ ਗੰਭੀਰ ਨੇ ਤੇ ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ 2020 'ਚ ਨਿੱਜਰ ਨੂੰ ਅੱਤਵਾਦੀ ਕਰਾਰ ਦਿੱਤਾ ਸੀ। ਵਾਈਟ ਹਾਊਸ ਦੀ ਕੌਮੀ ਸੁਰੱਖਿਆ ਪ੍ਰੀਸ਼ਦ ਦੇ ਰਣਨੀਤਿਕ ਸੰਚਾਰ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਇੱਥੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਦੇ ਦਾਅਵਿਆਂ ਉੱਤੇ ਉਦੋਂ ਚਰਚਾ ਕੀਤੀ ਗਈ ਸੀ ਜਦੋਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਤੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਪਿਛਲੇ ਹਫ਼ਤੇ ਵਾਸ਼ਿੰਗਟਨ 'ਚ ਮੁਲਾਕਾਤ ਕੀਤੀ ਸੀ। ਅਮਰੀਕਾ ਇਸ ਮਾਮਲੇ ਨੂੰ ਦੋਵਾਂ ਦੇਸ਼ਾਂ ਤੇ ਛੱਡਦਾ ਹੈ ਤੇ ਉਹ ਇਸ ਬਾਰੇ ਗੱਲ ਕਰਨ। ਉਹਨਾਂ ਕਿਹਾ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਇਹ ਦੋਸ਼ ਗੰਭੀਰ ਨੇ, ਇਹਨਾਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਦੀ ਲੋੜ ਹੈ ਤੇ ਸਪਸ਼ਟ ਤੌਰ ਤੇ ਜਿਵੇਂ ਅਸੀਂ ਪਹਿਲਾਂ ਕਿਹਾ ਹੈ ਭਾਰਤ ਨੂੰ ਇਸ ਜਾਂਚ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਹਾਂ। ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਵੱਖਰੇ ਤੌਰ ਤੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇ। ਮੈਨੀਟੋਬਾ 'ਚ ਬੀਤੇ ਦਿਨ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ। ਇਹਨਾਂ ਚੋਣਾਂ 'ਚ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। NDP ਦੀ ਜਿੱਤ ਨੇ ਮੈਨੀਟੋਬਾ ਦੇ ਇਤਿਹਾਸ 'ਚ ਪਹਿਲੇ ਰਾਸ਼ਟਰ ਪ੍ਰੀਮੀਅਰ ਵਜੋਂ ਵੈਬ ਕੈਨਿਊ ਦੀ ਚੋਣ ਕੀਤੀ। ਇਹ ਜਿੱਤ ਕੈਨਿਊ ਨੂੰ ਮੈਨੀਟੋਬਾ 'ਚ ਜੌਨ ਨੌਰਕਵੇ ਤੋਂ ਬਾਅਦ ਫਰਸਟ ਨੇਸ਼ਨਜ਼ ਪ੍ਰੀਮੀਅਰ ਅਤੇ ਦੂਜਾ ਸਵਦੇਸ਼ੀ ਪ੍ਰੀਮੀਅਰ ਵੀ ਬਣਾਉਂਦੀ ਹੈ। ਮੈਟਿਸ ਰਾਜਨੇਤਾ ਨੇ 1887 ਤੱਕ ਸੂਬੇ ਦੇ 5ਵੇਂ ਪ੍ਰੀਮੀਅਰ ਵਜੋਂ ਸੇਵਾ ਕੀਤੀ ਸੀ। ਆਪਣੇ ਜਿੱਤ ਦਾ ਭਾਸ਼ਣ ਦੇਣ ਲਈ ਮੰਚ ਤੇ ਆਉਂਦੇ ਹੀ ਕੈਨਿਊ ਨੇ ਕਿਹਾ ਇਹ ਸਾਡੇ ਲਈ ਬਹੁਤ ਵੱਡੀ ਜਿੱਤ ਹੈ। ਭਾਸ਼ਣ ਦੌਰਾਨ ਕੈਨਿਊ ਨੇ ਆਪਣੇ ਅਤੀਤ ਬਾਰੇ ਵੀ ਗੱਲ ਕੀਤੀ। ਕੈਨਿਊ ਨੇ ਭਾਸ਼ਣ ਦੌਰਾਨ ਮੈਨੀਟੋਬਾ ਦੇ ਨੌਜਵਾਨਾਂ ਅਤੇ ਕਾਰੋਬਾਰੀ ਮਾਲਕਾਂ ਲਈ ਇੱਕ ਸੁਨੇਹਾ ਵੀ ਦਿੱਤਾ। ਮੈਨੀਟੋਬਾ ਦੇ ਚੁਣੇ ਹੋਏ ਪ੍ਰੀਮੀਅਰ ਨੇ ਮੈਨੀਟੋਬਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ। ਘੋਸ਼ਣਾ ਤੋਂ ਬਾਅਦ ਵਿਨੀਪੈਗ ਦੇ ਮੇਅਰ ਸਕਾਟ ਗਲਿੰਗਮ ਨੇ ਕੈਨਿਊ ਨੂੰ ਜਿੱਤ ਦੀ ਵਧਾਈ ਦਿੱਤੀ। ਇੱਕ ਅਨੁਮਾਨ ਮੁਤਾਬਕ ਵਾਬ ਕੈਨਿਊ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਕੋਲ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਮੈਨੀਟੋਬਾ ਵਿਧਾਨ ਸਭਾ 'ਚ ਲੋੜੀਂਦੀਆਂ ਸੀਟਾਂ ਹਨ, ਜੋ ਬਹੁਮਤ ਵਾਲੇ ਟੋਰੀ ਸ਼ਾਸਨ ਦੇ ਲਗਾਤਾਰ 2 ਕਾਰਜਕਾਲਾਂ ਤੋਂ ਬਾਅਦ ਸੱਤਾ ਸੰਭਾਲ ਰਹੀ ਹੈ। CTV ਨਿਊਜ਼ ਡਿਸੀਜਨ ਡੈਸਕ ਨੇ ਵੀ ਐਲਾਨ ਕਰ ਦਿੱਤਾ ਹੈ ਕਿ NDP ਮੈਨੀਟੋਬਾ ਵਿਧਾਨ ਸਭਾ 'ਚ ਚੁਣੀ ਗਈ ਹੈ। ਇਹ ਜਿੱਤ ਹਫ਼ਤਿਆਂ ਦੇ ਓਪੀਨੀਅਨ ਪੋਲਿੰਗ ਤੋਂ ਬਾਅਦ ਐਲਾਨੀ ਗਈ ਹੈ, ਜਿਸ ਵਿੱਚ ਨਿਊ ਡੈਮੋਕ੍ਰੇਟਸ ਨੂੰ ਜਿੱਤਣ ਲਈ ਪਸੰਦੀਦਾ ਮੰਨਿਆ ਗਿਆ, ਖਾਸ ਤੌਰ ਤੇ ਵਿਨੀਪੈਗ 'ਚ। ਪਾਰਟੀ ਨੇ ਸਿਹਤ ਦੇਖ-ਰੇਖ ਦੇ ਪੁਨਰਵਾਸ, ਮੈਨੀਟੋਬਾ ਵਾਸੀਆਂ ਨੂੰ ਕਿਫਾਇਤੀ ਸੰਕਟ ਨਾਲ ਨਜਿੱਠਣ 'ਚ ਮਦਦ ਕਰਨ ਅਤੇ ਅਪਰਾਧ ਨਾਲ ਨਜਿੱਠਣ ਲਈ 5 ਨੁਕਾਤੀ ਯੋਜਨਾ ਦੇ ਪਲੇਟਫਾਰਮ ਤੇ ਪ੍ਰਚਾਰ ਕੀਤਾ ਸੀ। 2016 'ਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਦੇ ਸੱਤਾ 'ਚ ਆਉਣ ਤੋਂ ਬਾਅਦ ਪਹਿਲਾਂ ਨਿਊ ਡੈਮੋਕ੍ਰੇਟਸ ਨੇ ਸਾਬਕਾ ਪ੍ਰੀਮੀਅਰ ਗੈਰੀ ਡੋਅਰ ਅਤੇ ਗ੍ਰੈਗ ਸੈਲਿੰਗਰ ਦੀ ਅਗਵਾਈ 'ਚ ਲਗਾਤਾਰ 4 ਬਹੁਮਤ ਵਾਲੀਆਂ ਸਰਕਾਰਾਂ ਦੀ ਪ੍ਰਧਾਨਗੀ ਕੀਤੀ। ਕੈਨਿਊ ਇੱਕ ਸਾਬਕਾ CBC ਮੇਜ਼ਬਾਨ ਹੈ ਜੋ 2016 'ਚ ਫੋਰਟ ਰੂਜ਼ ਦੀ ਵਿਨੀਪੈਗ ਰਾਈਡਿੰਗ 'ਚ ਪਹਿਲੀ ਵਾਰ ਚੁਣਿਆ ਗਿਆ ਸੀ। ਅਗਲੇ ਸਾਲ ਉਸਨੇ NDP ਨੇਤਾ ਵਜੋਂ ਕੰਮ ਕਰਨਾ ਸ਼ੁਰੂ ਕੀਤਾ। This is a great victory for all of us in Manitoba. You know, a lot of people in the big cities, they look down on us here in Manitoba. Flyover country, they said. Winterpeg, man, it's cold out, they said.
But look what little old Manitoba did tonight. To the people in healthcare, to the people working in the bedside today, to the people thinking of pursuing a career, to healthcare workers across the country, in other provinces around the world, I have a simple message to you. We need you. We are doing exciting things with healthcare here in Manitoba. We're going to build new emergency rooms. We're going to build a new cancer care headquarters. More clinician researchers to bring the best quality care to you, the people of Manitoba. And so, for all the people out there who work in healthcare, we need you. The nurses, the doctors, the healthcare professionals, the healthcare aides, we need you to work with us to build something special here in the healthcare system in Manitoba. I want to speak to the young Nietzsches out there. I want to speak to young people from all backgrounds. Really, I want to speak to people of all ages, but I want to speak to young Nietzsches in particular. I was given a second chance in life. And I would like to think that I've made good on that opportunity. And you can do the same. Here's how. My life became immeasurably better when I stopped making excuses and I started looking for a reason. And I found that reason in our family. I found that reason in our community. And I found that reason in our province and country. ਇੱਕ ਉਦਯੋਗ ਵਿਸ਼ਲੇਸ਼ਕ ਦੇ ਅਨੁਸਾਰ ਪਿਛਲੇ ਹਫ਼ਤੇ ਲਗਭਗ 10 ਸੈਂਟ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ ਮੈਟਰੋ ਵੈਨਕੂਵਰ 'ਚ ਗੈਸ ਦੀ ਕੀਮਤ ਬੁੱਧਵਾਰ ਤੱਕ 21 ਸੈਂਟ ਤੱਕ ਘਟਣ ਦੀ ਉਮੀਦ ਹੈ। ਗੈਸ ਵਿਜ਼ਾਰਡ ਦੇ ਡੈਨ ਮੈਕਟੀਗ ਨੇ ਕਿਹਾ ਹੈ ਵੈਨਕੂਵਰ ਦੇ ਡਰਾਈਵਰਾਂ ਲਈ ਕ੍ਰਿਸਮਸ ਜਲਦੀ ਆ ਸਕਦੀ ਹੈ ਤੇ ਉਹਨਾਂ ਬੁੱਧਵਾਰ ਦੀ ਸਵੇਰ ਤੱਕ ਰੁਕਣਾ ਪਏਗਾ। ਪਿਛਲੇ ਹਫ਼ਤੇ ਮੈਕਟੀਗ ਨੇ ਭਵਿੱਖਬਾਣੀ ਕੀਤੀ ਸੀ ਕਿ ਕੀਮਤਾਂ ਕੁਝ ਸਮੇਂ ਲਈ ਉੱਚੀਆਂ ਰਹਿਣਗੀਆਂ, ਪਰ ਹੁਣ ਉਹ ਕਹਿੰਦੇ ਨੇ ਕਿ ਅਸੀਂ ਕੈਲੀਫੋਰਨੀਆ 'ਚ ਇੱਕ ਵੱਡੀ ਰੈਗੂਲੇਟਰੀ ਤਬਦੀਲੀ ਦੇ ਕਾਰਨ 184 ਸੈਂਟ ਪ੍ਰਤੀ ਲੀਟਰ ਤੱਕ ਗਿਰਾਵਟ ਦੇਖ ਸਕਦੇ ਹਾਂ। ਉਹਨਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਕੈਲੀਫੋਰਨੀਆ ਰਾਜ ਨੇ ਆਪਣੇ ਸੂਬੇ 'ਚ ਆਯਾਤ ਕੀਤੇ ਸਾਰੇ ਗੈਸੋਲੀਨ ਨੂੰ ਵਿਕਰੀ ਲਈ ਉਪਲਬਧ ਕਰਾਉਣ ਦੀ ਆਗਿਆ ਦੇਣ ਦਾ ਫੈਸਲਾ ਲਿਆ ਹੈ। ਉਹਨਾਂ ਇਹ ਵੀ ਕਿਹਾ ਕੈਲੀਫੋਰਨੀਆ 'ਚ ਇੱਕ ਬਹੁਤ ਸਖਤ ਈਂਧਣ ਮਿਆਰ ਹੈ ਤੇ ਸਪਲਾਈ ਦੇ ਮੁੱਦੇ ਦੇ ਨਾਲ 2 ਰਿਫਾਈਨਰੀਆਂ ਦੇ ਅੰਸ਼ਕ ਤੌਰ ਤੇ ਬੰਦ ਹੋਣ ਜਾ ਰਹੀਆਂ ਹਨ ਤੇ ਕੁਝ ਰਿਫਾਈਨਰੀਆਂ ਰੱਖ ਰਖਾਅ ਲਈ ਜਾ ਰਹੀਆਂ ਨੇ, ਜੋ ਕਿ ਇੱਕ ਗੰਭੀਰ ਸਮੱਸਿਆ ਹੈ। ਇਹ ਨਾ ਸਿਰਫ ਕੈਲੀਫੋਰਨੀਆ 'ਚ ਸਗੋਂ ਪੱਛਮੀ ਤੱਟ ਤੇ ਸਪਲਾਈ 'ਚ ਮਹੱਤਵਪੂਰਨ ਕਮੀ ਲਿਆ ਰਿਹਾ ਸੀ। ਮੈਕਟੀਗ ਦਾ ਕਹਿਣਾ ਹੈ ਕਿ ਅਸੀਂ 1 ਸਾਲ ਪਹਿਲਾਂ ਇਸੇ ਤਰ੍ਹਾਂ ਦੀ ਗਿਰਾਵਟ ਦੇਖੀ ਸੀ। ਕੈਨੇਡਾ 'ਚ ਆਉਣ ਵਾਲੇ ਥੈਂਕਸਗਿਵਿੰਗ ਲੰਬੇ ਵੀਕਐਂਡ ਦੇ ਬਾਵਜੂਦ ਮੈਕਟੀਗ ਨੂੰ ਪਿਛਲੇ ਹਫ਼ਤੇ ਵਾਂਗ ਇੱਕ ਹੋਰ ਮਹੱਤਵਪੂਰਨ ਵਾਧੇ ਦੀ ਉਮੀਦ ਨਹੀਂ ਹੈ। ਟੋਰਾਂਟੋ ਏਰੀਆ ਵਿੱਚੋਂ ਚੋਰੀ ਕੀਤੀਆਂ ਗਈਆਂ 25 ਗੱਡੀਆਂ ਪੁਲਿਸ ਨੇ ਰਿਕਵਰ ਕਰ ਲਈਆਂ ਨੇ। ਗੱਡੀਆਂ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਮਗਰੋਂ ਕਿਊਬਿਕ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਜਾਰੀ ਰਿਲੀਜ਼ 'ਚ ਹਾਲਟਨ ਪੁਲਿਸ ਨੇ ਦੱਸਿਆ ਕਿ ਸਤੰਬਰ ਦੇ ਸ਼ੁਰੂ 'ਚ ਪੁਲਿਸ ਅਧਿਕਾਰੀਆਂ ਨੇ ਇੱਕ ਸ਼ੱਕੀ ਦੀ ਸ਼ਨਾਖਤ ਕੀਤੀ ਜਿਸ ਉੱਤੇ ਗ੍ਰੇਟਰ ਟੋਰਾਂਟੋ ਏਰੀਆ 'ਚ ਕਈ ਗੱਡੀਆਂ ਚੋਰੀ ਕਰਨ ਦਾ ਸ਼ੱਕ ਸੀ। ਸਰਚ ਵਾਰੰਟ ਕਢਵਾ ਕੇ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਹਨਾਂ ਨੂੰ 2 ਪਤਿਆਂ ਉੱਤੇ ਚੋਰੀ ਦੀਆਂ ਕਈ ਗੱਡੀਆਂ ਮਿਲੀਆਂ। ਇਹਨਾਂ ਵਿੱਚੋਂ ਇੱਕ ਔਰੇਂਜਵਿਲ ਦੀ ਕਮਰਸ਼ੀਅਲ ਪ੍ਰਾਪਰਟੀ ਸੀ ਤੇ ਦੂਜਾ ਟੋਰਾਂਟੋ 'ਚ ਇੰਡਸਟਰੀਅਲ ਗੋਦਾਮ ਸੀ। 21 ਸਤੰਬਰ ਨੂੰ ਪੁਲਿਸ ਅਧਿਕਾਰੀਆਂ ਨੇ ਓਕਵਿਲ 'ਚ ਇੱਕ ਰਿਹਾਇਸ਼ੀ ਪ੍ਰਾਪਰਟੀ ਦਾ ਤੀਜਾ ਸਰਚ ਵਾਰੰਟ ਕਢਵਾਇਆ ਜਿੱਥੋਂ ਉਹਨਾਂ ਨੂੰ 2 ਸ਼ੱਕੀ ਮਿਲੇ। ਪੁਲਿਸ ਨੇ 2 ਹੋਰਨਾਂ ਸ਼ੱਕੀਆਂ ਦੇ ਗ੍ਰਿਫਤਾਰੀ ਲਈ ਵੀ ਵਾਰੰਟ ਜਾਰੀ ਕੀਤੇ ਨੇ। ਚੋਰੀ ਦੇ ਕਈ ਮਾਮਲਿਆਂ 'ਚ ਕਿਊਬਿਕ ਦੇ 20 ਸਾਲਾ ਅਲੀ ਕਿਰਿਸਕੇ ਗੋਲੂ ਤੇ ਕਿਊਬਿਕ ਦੇ ਹੀ 26 ਸਾਲਾ ਨਿਕਲਸ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਨੂੰ ਚੋਰੀ ਦੀਆਂ ਕੁੱਲ 25 ਗੱਡੀਆਂ ਮਿਲੀਆਂ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ 'ਚ ਇੱਕ ਵਿਆਪਕ ਨੈਟਵਰਕ ਸਿਸਟਮ ਦੀ ਅਸਫਲਤਾ ਕਾਰਨ ਰੇਲਵੇ ਬੰਦ ਹੋ ਗਿਆ। ਬੁੱਧਵਾਰ ਸਵੇਰੇ ਇੱਕ ਤਾਜ਼ਾ ਅਪਡੇਟ 'ਚ ਓਨਟਾਰੀਓ ਸੂਬੇ 'ਚ ਖੇਤਰੀ ਟਰਾਂਸਪੋਰਟ ਆਪਰੇਟਰ ਮੈਟਰੋਲਿੰਕਸ ਨੇ ਕਿਹਾ ਕਿ ਸੇਵਾ ਮੰਗਲਵਾਰ ਨੂੰ ਆਊਟਰੇਜ ਤੋਂ ਬਾਅਦ ਸੋਧਾਂ ਅਤੇ ਦੇਰੀ ਨਾਲ ਮੁੜ ਪ੍ਰਾਪਤ ਕਰਨਾ ਜਾਰੀ ਰੱਖ ਰਹੀ ਹੈ।
ਇਸ ਨੇ ਐਕਸ ਤੇ ਇੱਕ ਪੋਸਟ 'ਚ ਕਿਹਾ, ਅਸੀਂ ਬੁੱਧਵਾਰ 4 ਅਕਤੂਬਰ ਨੂੰ ਸਾਡੀ ਨਿਯਮਤ ਤੌਰ ਤੇ ਨਿਯਤ ਰੇਲ ਸੇਵਾ ਚਲਾਉਣ ਦਾ ਇਰਾਦਾ ਰੱਖਦੇ ਹਾਂ। ਹਾਲਾਂਕਿ ਅਜੇ ਵੀ ਕੁਝ ਦੇਰੀ ਅਤੇ ਸੋਧਾਂ ਹੋ ਸਕਦੀਆਂ ਨੇ ਕਿਉਂਕਿ ਅਸੀਂ ਆਪਣੀਆਂ ਰੇਲ ਗੱਡੀਆਂ ਅਤੇ ਅਮਲੇ ਨੂੰ ਵਾਪਸ ਸਥਾਨ ਤੇ ਲਿਜਾਣ ਲਈ ਕੰਮ ਕਰਦੇ ਹਾਂ। ਅਸੀਂ ਗਾਹਕਾਂ ਨੂੰ ਕਿਸੇ ਵੀ ਸਬੰਧ 'ਚ ਵੱਧ ਤੋਂ ਵੱਧ ਨੋਟਿਸ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਸਮਾਂ ਸਾਰਣੀ 'ਚ ਤਬਦੀਲੀਆਂ ਹੁੰਦੀਆਂ ਨੇ, ਪਰ ਯਾਤਰੀਆਂ ਨੂੰ ਦਰਵਾਜ਼ੇ ਤੋਂ ਬਾਹਰ ਜਾਣ ਤੋਂ ਪਹਿਲਾਂ ਸੇਵਾ ਅਪਡੇਟ ਪੰਨੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅਸੀਂ ਅੱਜ ਸਾਰੇ ਗਾਹਕਾਂ ਦੇ ਉਹਨਾਂ ਦੇ ਧੀਰਜ ਲਈ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਅਸੀਂ ਇਸ ਮੁੱਖ ਮੁੱਦੇ ਨੂੰ ਹੱਲ ਕਰਨ ਲਈ ਸੀਐਨ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੈਟਰੋ ਲਿੰਕਸ ਨੇ ਕਿਹਾ ਸੀ ਕਿ ਨੈਟਵਰਕ ਵਿਆਪਕ ਸਿਸਟਮ ਦੀ ਅਸਫਲਤਾ ਦੇ ਸਾਰੇ ਰੇਲ ਕੋਰੀਡੋਰ ਨੂੰ ਪ੍ਰਭਾਵਿਤ ਕੀਤਾ ਹੈ। ਮੰਗਲਵਾਰ ਨੂੰ ਦੇਰੀ ਅਤੇ ਰੱਦ ਹੋਣ ਕਾਰਨ ਹਜ਼ਾਰਾਂ ਭੀੜ ਭੜੱਕੇ ਵਾਲੇ ਯਾਤਰੀ ਪ੍ਰਭਾਵਿਤ ਹੋਏ। ਰੇਲਵੇ ਲਾਈਨ ਟੋਰਾਂਟੋ ਦੇ ਡਾਊਨਟਾਊਨ ਖੇਤਰ ਨੂੰ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਖੇਤਰ ਨਾਲ ਜੋੜਦੀ ਹੈ। ਸਥਾਨਕ ਮੀਡੀਆ ਦੀ ਰਿਪੋਰਟ ਦੇ ਅਨੁਸਾਰ ਰੇਲਵੇ ਬੰਦ ਹੋਣ ਨਾਲ ਦਿਨ ਭਰ ਉਬੇਰ ਵਰਗੀਆਂ ਰਾਈਡ ਹੇਲਿੰਗ ਐਪਸ ਤੇ ਕੀਮਤਾਂ 'ਚ ਵਾਧਾ ਹੋਇਆ ਕਿਉਂਕਿ ਵਿਕਲਪ ਰੂਟਾਂ ਦੀ ਮੰਗ ਵਧੀ ਹੈ। ਓਨਟਾਰੀਓ ਦੇ ਹਾਈਵੇ 417 ਤੇ ਸੋਮਵਾਰ ਨੂੰ ਕਈ ਵਾਹਨਾਂ ਅਤੇ ਘੋੜਿਆਂ ਵਿਚਾਲੇ ਹੋਈ ਟੱਕਰ 'ਚ 2 ਘੋੜਿਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਰਾਤੀ ਕਰੀਬ 1 ਵਜੇ ਐਡਰਸਨ ਰੋਡ ਅਤੇ ਹੰਟ ਕਲੱਬ ਰੋਡ ਦੇ ਵਿਚਕਾਰ ਹਾਈਵੇ ਦੇ ਪੱਛਮ ਪਾਸੇ ਦੀਆਂ ਲੇਨਾਂ ਤੇ ਵਾਪਰਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇ ਤੇ ਕਈ ਵਾਹਨਾਂ ਨੇ ਘੋੜਿਆਂ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੌਰਾਨ ਇੱਕ ਵਾਹਨ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। OPP ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਓਟਵਾ ਪੁਲਿਸ ਸਰਵਿਸ, ਓਟਵਾ ਫਾਇਰ ਸਰਵਿਸਿਜ਼ ਅਤੇ ਓਟਵਾ ਪੈਰਾਮੈਡਿਕਸ ਸਰਵਿਸ ਤੁਰੰਤ ਮੌਕੇ ਤੇ ਪਹੁੰਚੇ। ਓਟਵਾ ਦੇ ਪੈਰਾਮੈਡਿਕਸ ਨੇ ਜ਼ਖਮੀ ਹੋਏ ਵਾਹਨ ਚਾਲਕ ਦੀ ਹਾਲਤ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਦਿੱਤੀ। OPP ਦਾ ਕਹਿਣਾ ਹੈ ਕਿ ਉਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਘੋੜੇ ਕਿਸ ਦੇ ਸਨ ਤੇ ਇਹ ਹਾਈਵੇ ਤੇ ਕਿਸ ਤਰ੍ਹਾਂ ਆ ਗਏ। ਹਾਲਾਂਕਿ OPP ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਇਸੇ ਸਥਾਨ ਤੇ ਇੱਕ ਹਾਦਸਾ ਵਾਪਰਿਆ ਸੀ। ਇਸ ਦੌਰਾਨ ਇੱਕ ਵਾਹਨ ਨੇ ਟੱਕਰ ਮਾਰ ਕੇ ਹਾਈਵੇ ਤੇ ਲੱਗੀ ਵਾੜ ਨੂੰ ਨੁਕਸਾਨ ਪਹੁੰਚਾਇਆ ਸੀ। ਹਾਈਵੇ ਦੇ ਮਗਰੋਂ ਹਾਈਵੇ ਜਾਂਚ ਲਈ ਕਈ ਘੰਟੇ ਬੰਦ ਰੱਖਣ ਮਗਰੋਂ ਇਸ ਨੂੰ ਖੋਲ੍ਹ ਦਿੱਤਾ ਸੀ। ਉਧਰ ਮੰਗਲਵਾਰ ਦੁਪਹਿਰ ਨੂੰ ਨਾਰਥ ਯਾਰਕ 'ਚ 4 ਗੱਡੀਆਂ ਦੇ ਆਪਸ 'ਚ ਟਕਰਾ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਨਾਰਥ ਯਾਰਕ 'ਚ ਬੈਵਿਊ ਤੇ ਸਟੀਲਜ਼ ਈਸਟ ਐਵਨਿਊ ਇਲਾਕੇ 'ਚ ਪੁਲਿਸ ਨੂੰ ਦੁਪਹਿਰੇ 4:49 ਤੇ 4 ਗੱਡੀਆਂ ਦੇ ਆਪਸ 'ਚ ਟਕਰਾਉਣ ਦੀ ਖਬਰ ਮਿਲੀ। ਮੌਕੇ ਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਜ਼ਖਮੀ ਹਾਲਤ 'ਚ ਮਿਲਿਆ। ਇੱਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਨੇ ਟ੍ਰੈਫਿਕ 'ਚ ਦੇਰ ਹੋਣ ਤੇ ਜੋ ਸੰਭਵ ਹੋ ਸਕੇ ਤਾਂ ਡਰਾਈਵਰਾਂ ਨੂੰ ਕੋਈ ਹੋਰ ਬਦਲਵਾਂ ਰੂਟ ਲੈਣ ਦੀ ਸਲਾਹ ਦਿੱਤੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਲਿਬਰਲ MP ਫਰਗਸ ਨੂੰ ਚੁਣਿਆ ਗਿਆ ਹਾਊਸ ਆਫ ਕਾਮਨਸ ਦਾ ਸਪੀਕਰ। ਗ੍ਰੈਗ ਕੈਨੇਡਾ ਦੀ ਪਾਰਲੀਮੈਂਟ 'ਚ ਇਹ ਅਹੁਦਾ ਸੰਭਾਲਣ ਵਾਲੇ ਬਣੇ ਪਹਿਲੇ ਬਲੈਕ ਸ਼ਖਸ। ਸਪੀਕਰ ਦੇ ਅਹੁਦੇ ਲਈ 7 ਉਮੀਦਵਾਰ ਸਨ ਕਤਾਰ 'ਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਿਕ ਤਣਾਅ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਨਹੀਂ। ਓਟਵਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਵਿਵਾਦ ਦੇ ਹੱਲ ਲਈ ਭਾਰਤ ਨਾਲ ਨਿੱਜੀ ਗੱਲਬਾਤ ਦੀ ਪ੍ਰਗਟਾਈ ਇੱਛਾ। ਵਾਈਟ ਹਾਊਸ ਨੇ ਕਿਹਾ ਨਿੱਜਰ ਦੀ ਹੱਤਿਆ 'ਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ ਗੰਭੀਰ, ਇਸ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ। ਅਮਰੀਕਾ ਇਸ ਮਾਮਲੇ ਨੂੰ ਦੋਵਾਂ ਦੇਸ਼ਾਂ ਤੇ ਛੱਡਦਾ ਹੈ ਕਿ ਉਹ ਇਸ ਬਾਰੇ ਗੱਲ ਕਰਨ। ਮੈਨੀਟੋਬਾ 'ਚ ਵਿਧਾਨ ਸਭਾ ਚੋਣਾਂ 'ਚ NDP ਦੀ ਸ਼ਾਨਦਾਰ ਜਿੱਤ। ਮੈਨੀਟੋਬਾ ਦੇ ਇਤਿਹਾਸ 'ਚ ਪਹਿਲੇ ਰਾਸ਼ਟਰ ਪ੍ਰੀਮੀਅਰ ਵਜੋਂ ਵੈਬ ਕੇਨਿਊ ਦੀ ਕੀਤੀ ਗਈ ਚੋਣ। ਆਪਣੀ ਜਿੱਤ ਦਾ ਭਾਸ਼ਣ ਦੇਣ ਲਈ ਮੰਚ ਤੇ ਆਉਂਦੇ ਹੀ ਕੇਨਿਊ ਨੇ ਕਿਹਾ ਇਹ ਸਾਡੇ ਲਈ ਬਹੁਤ ਵੱਡੀ ਜਿੱਤ ਹੈ।